पुकार टीवी नाल जुड़ रहे प्यारे दर्शकों ਸਰੋਤਿਓ ਅਤੇ पुकार टीवी से जुड़ रहे ਮਹਿਮਾਨ ਸਾਹਿਬਾਨ, ਸ਼ੁਕਰਗੁਜ਼ਾਰ ਹਾਂ ਤੇ ਧੰਨਵਾਦੀ ਹਾਂ ਕਿ ਤੁਸੀਂ ਪੁਕਾਰ ਟੀਵੀ ਦੀ ਬੇਨਤੀ ਨੂੰ ਸਵੀਕਾਰ ਕਰਕੇ ਜੁੜ ਰਹੇ ਹੋ। ਅੱਜ ਅਸੀਂ ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਵਿਸ਼ਾ ਹੈ ਜੀ 20ਵੀਂ ਸਦੀ ਦੇ ਪਹਿਲੇ ਦਹਾਕੇ ਦੀ ਸਿੱਖ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਜਾਂ ਉਸ ਨੂੰ ਇੱਕ ਕ੍ਰਾਂਤੀਕਾਰੀ ਲਹਿਰ ਕਹੀਏ, ਜਿਸ ਸਦਕਾ ਗੁਰਧਾਮਾਂ ਦੀ ਵਿਗੜ ਚੁੱਕੀ ਮਰਿਆਦਾ ਨੂੰ ਮੁੜ ਸੁਰਜੀਤ ਕੀਤਾ ਗਿਆ ਤੇ ਸੇਵਾ ਖਾਲਸਾ ਪੰਥ ਦੇ ਹੱਥ ਆਈ, ਜਿਸ ਦੇ ਫਲਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹੋਂਦ ਵਿੱਚ ਆਉਂਦੀ ਹੈ। ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ 101ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ। ਪੂਰਾ ਖਾਲਸਾ ਪੰਥ ਤੇ ਨਹੀਂ ਮਨਾ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਇਸ ਅੱਜ ਦੇ ਸਥਾਪਨਾ ਦਿਵਸ ਨੂੰ ਮਨਾ ਰਹੀ ਹੈ। ਸੋ ਅਸੀਂ ਅੱਜ ਇਸ ਦੀ ਵਿਸ਼ੇਸ਼ਤਾ ਨੂੰ, ਇਹਦੀ ਅਹਿਮੀਅਤ ਨੂੰ, ਮਹੱਤਤਾ ਨੂੰ ਆਪਸ ਵਿੱਚ ਸਾਂਝਾ ਕਰਨ ਦਾ ਯਤਨ ਕਰਾਂਗੇ। ਜਿਸ ਸ਼੍ਰੋਮਣੀ ਕਮੇਟੀ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਰਾਜਸੀ ਜਥੇਬੰਦੀ ਹੈ ਹੋਂਦ ਵਿੱਚ ਆਉਂਦੀ ਹੈ, ਉਸ ਅਸੀਂ ਸੰਬੰਧ ਵਿੱਚ ਗੱਲ ਕਰਾਂਗੇ। ਸਾਡੇ ਨਾਲ ਜੁੜ ਰਹੇ ਨੇ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉਹ ਸਾਡੇ ਨਾਲ ਗੱਲ ਕਰਨਗੇ। ਸਰਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ, ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਪੁਰਖੀ ਫੌਜ ਦੇ ਪ੍ਰਮੁੱਖ ਜੋ ਸੇਵਾਦਾਰ ਨੇ। ਮਾਸਟਰ ਗੁਰਚਰਨ ਸਿੰਘ ਜੀ ਬਸਿਆਲਾ, ਜੋ ਕਿ ਆਪਣੇ ਆਪ ਵਿੱਚ ਇੱਕ ਜਾਣੀ ਪਛਾਣੀ ਸਮਾਜ ਸੇਵੀ ਸ਼ਖਸੀਅਤ ਨੇ, ਸਿੱਖ ਮਿਸ਼ਨਰੀ ਕਾਲਜ ਦੀ ਜਿਹੜੀ ਸੁਪਰੀਮ ਕੌਂਸਲ ਹੈ ਉਸਦੇ ਮੈਂਬਰ ਨੇ, ਉਹ ਸਾਡੇ ਨਾਲ ਜੁੜ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਕਾਰ ਟੀਵੀ ਵੱਲੋਂ ਕੋਈ ਬਹੁਤੇ ਸਵਾਲ ਨਹੀਂ ਹੋਣਗੇ। ਅਸੀਂ ਇਹਦੀ ਅਹਿਮੀਅਤ, ਇਹਦੀ ਮਹੱਤਤਾ ਜਾਣਨੀ ਚਾਹਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ, ਇਹਦਾ ਜਿਹੜਾ ਭੂਤਕਾਲ ਸੀ, ਜੋ ਵਰਤਮਾਨ ਹੈ ਤੇ ਭਵਿੱਖ ਹੈ, ਉਹ ਤੇ ਅਸੀਂ ਅੱਗੇ ਤੇ ਅੱਗੇ ਆਪਸੀ ਵਿਚਾਰ ਜਿਹੜੀ ਉਹਨੂੰ ਫੜਦੇ ਜਾਵਾਂਗੇ। ਸ਼ੁਰੂਆਤ ਕਰਦੇ ਹਾਂ ਗਿਆਨੀ ਕੇਵਲ ਸਿੰਘ ਜੀ ਹੋਰਾਂ ਤੋਂ। ਗਿਆਨੀ ਕੇਵਲ ਸਿੰਘ ਜੀ, ਇਹ ਜਿਹੜੀ 15 ਨਵੰਬਰ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਕਮੇਟੀ ਦੀ ਸਥਾਪਨਾ ਹੁੰਦੀ ਹੈ, ਖਾਸ ਤੌਰ ਤੇ ਜਾਣਕਾਰੀ ਸਾਂਝੀ ਕਰੋ ਜੀ। ਸਦੀ ਦਾ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ। ਅਸੀਂ ਦੇਖਦੇ ਹਾਂ ਕਿ ਉਸ ਸਮੇਂ ਦੇ ਜਿਹੜੇ ਗੁਰੂ ਕੇ ਸਿੱਖ ਨੇ, ਪੰਥ ਦਰਦੀ ਗੁਰੂ ਦੇ ਪਿਆਰੇ ਨੇ, ਉਹਨਾਂ ਦੇ ਅੰਦਰ ਜਿਹੜੀ ਸਭ ਤੋਂ ਮਹੱਤਵਪੂਰਨ ਪੱਖ ਹੈ ਕੌਮੀਅਤ ਦਾ, ਪੰਥਕ ਜਜ਼ਬੇ ਦਾ, ਪੰਥਕ ਜਥੇਬੰਦੀ ਦੇ ਸੰਕਲਪ ਦਾ। ਤੇ ਜਦੋਂ ਅਸੀਂ ਜਥੇਬੰਦੀ ਦੇ ਸੰਕਲਪ ਦੀ ਗੱਲ ਕਰਦੇ ਹਾਂ ਤੇ ਇਹ ਸੰਕਲਪ ਸਾਡੇ ਕੋਲ 19ਵੀਂ ਸਦੀ ਦੇ ਅੰਦਰ ਜਦੋਂ ਸਿੰਘ ਸਭਾ ਲਹਿਰ ਜਥੇਬੰਦ ਹੁੰਦੀ ਹੈ 1873 ਦੇ ਵਿੱਚ, ਉਹੀ ਸੰਕਲਪ ਅੱਗੇ ਚੱਲਦਾ ਸਿੱਖ ਕੌਮ ਦੀ ਜਥੇਬੰਦੀ ਇੱਕ ਸ਼ਕਤੀ ਨੂੰ ਮਜ਼ਬੂਤ ਕਰਦਾ ਅੱਗੇ ਚੱਲਦਾ ਜਾ ਰਿਹਾ। ਜੇ ਅਸੀਂ ਸੁਧਾਰ ਦੀ ਗੱਲ ਕਰਦੇ ਹਾਂ, ਪ੍ਰਬੰਧਕੀ ਸੁਧਾਰ ਦੀ, ਤਾਂ ਉਹ ਸੁਧਾਰ ਸਿੰਘ ਸਭਾ ਦੇ ਲਹਿਰ ਦੇ ਨਾਲ ਬਹੁਤ ਪੱਖਾ ਸ਼ੁਰੂ ਹੋ ਗਿਆ। ਭਾਵੇਂ ਉਹ ਸਮਾਜਿਕ ਚੇਤਨਾ ਦਾ ਸੀ, ਭਾਵੇਂ ਉਹ ਵਿਦਿਅਕ ਚੇਤਨਾ ਦਾ ਸੀ, ਚਾਹੇ ਉਹ ਸਾਡੇ ਸਾਹਮਣੇ ਜਿਹੜਾ ਗੁਰਮਤਿ ਦੇ ਸਿਧਾਂਤਾਂ ਦਾ ਸੀ, ਚਾਹੇ ਸਿੱਖ ਸਰੂਪ ਦੀ ਪਹਿਰੇਦਾਰੀ ਦੀ ਜਿਹੜੀ ਸਾਡੇ ਸਾਹਮਣੇ ਗੱਲ ਸੀ, ਉਹ ਉਦੋਂ ਆਰੰਭ ਹੋਈ। ਅੱਗੇ ਚਲਦਿਆਂ ਆਪਾਂ ਦੇਖਦੇ ਹਾਂ ਕਿ ਉਹਨੇ ਕੌਮ ਦਾ ਜੋ ਜਥੇਬੰਦਕ ਪੱਖ ਸੀ, ਸਿਧਾਂਤਕ ਪੱਖ ਸੀ, ਉਹਨੂੰ ਨਾ ਕੇਵਲ ਆਪਣੇ ਘਰ ਦੇ ਵਿੱਚ ਸੰਭਾਲਿਆ, ਬਲਕਿ ਗੁਆਂਢੀ ਮਤਾਂਤਰਾਂ ਦੇ ਵਿੱਚ ਵੀ ਉਹਦਾ ਪ੍ਰਭਾਵ ਜਿਹੜਾ ਸੀ ਦੂਰ ਤੱਕ ਉਹਨਾਂ ਨੇ ਛੱਡਿਆ। ਖਾਸ ਤੌਰ ਤੇ ਵਿਦਿਅਕ ਖੇਤਰ ਦੀਆਂ ਜਿਹੜੀਆਂ ਪ੍ਰਾਪਤੀਆਂ ਸਨ, ਉਹ ਸਾਡੇ ਲਈ ਉਸ ਸਮੇਂ ਦੀਆਂ ਅਤ ਮਾਣ ਕਰਨਯੋਗ ਨੇ। ਉਹਦੇ ਵਿੱਚੋਂ ਇੱਕ ਜਥੇਬੰਦਕ ਢਾਂਚਾ ਹੋਰ ਨਿਕਲਦਾ ਹੈ, ਉਹਨੂੰ ਅਸੀਂ ਅੱਗੇ ਚੱਲ ਕੇ ਖਾਲਸਾ ਦੀਵਾਨ ਕਹਿੰਦੇ ਹਾਂ। ਇਹ ਖਾਲਸਾ ਦੀਵਾਨ ਲਾਹੌਰ ਵੀ ਬਣਦਾ ਹੈ, ਇਹ ਖਾਲਸਾ ਦੀਵਾਨ ਭਦੌੜ ਵੀ ਬਣਦਾ ਹੈ, ਇਹ ਖਾਲਸਾ ਦੀਵਾਨ ਅੰਮ੍ਰਿਤਸਰ ਵੀ ਬਣਦਾ ਹੈ, ਇਹ ਖਾਲਸਾ ਦੀਵਾਨ ਫਰੀਦਕੋਟ ਵੀ ਬਣਦਾ ਹੈ, ਇਹ ਖਾਲਸਾ ਦੀਵਾਨ ਰਾਵਲਪਿੰਡੀ ਵੀ ਬਣਦਾ ਹੈ, ਇਹ ਖਾਲਸਾ ਦੀਵਾਨ ਬਠਿੰਡਾ ਵੀ ਬਣਦਾ ਹੈ। ਇਹ ਤਰ੍ਹਾਂ ਦੇ ਖਾਲਸਾ ਦੀਵਾਨ ਕਾਫੀ ਸੰਸਥਾ ਬਣ ਗਈਆਂ ਜੋ ਸਿੰਘ ਸਭਾ ਦੀ ਲਹਿਰ ਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਜਥੇਬੰਦੀਆਂ ਸਨ। ਉਹਨਾਂ ਨੂੰ ਨਾਲ ਲੈ ਕੇ ਵੱਡੇ ਪੱਧਰ ਦੀ, ਕੌਮੀ ਪੱਧਰ ਦੀ ਗੱਲ ਨੂੰ ਵਿਅੰਤਣ ਦੇ ਲਈ, ਵਿਚਾਰਨ ਦੇ ਲਈ ਤੇ ਅਮਲ ਵਿੱਚ ਲੈ ਕੇ ਆਉਂਦੇ। ਤੇ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ, ਇਹੀ ਦੀਵਾਨ ਚੀਫ ਖਾਲਸਾ ਦੀਵਾਨ ਬਣ ਜਾਂਦੇ ਨੇ, ਸਾਰੇ ਰਲ ਕੇ ਇੱਕ ਥਾਂ ਤੇ ਬਹਿੰਦੇ ਨੇ। ਫਿਰ ਉਹ ਜਿਹੜਾ ਸੁਧਾਰ ਦੀ ਗੱਲ ਚੱਲਦੀ ਪਈ ਸੀ, ਉਸੇ ਸੁਧਾਰ ਦੀ ਗੱਲ ਦੇ ਵਿੱਚੋਂ ਆਪਾਂ ਦੇਖਦੇ ਹਾਂ ਜਿਹੜਾ 20ਵੀਂ ਸਦੀ ਦਾ ਪਹਿਲਾ ਦਹਾਕਾ ਹੁੰਦਾ ਹੈ, ਉਹਦੇ 'ਚ ਜਿਹੜੀ ਗੁਰਦੁਆਰਾ ਪ੍ਰਬੰਧ ਦੀ ਚੇਤਨਾ ਸਿੰਘ ਸਭਾ ਲਹਿਰ ਸਾਡੇ 'ਚ ਪੈਦਾ ਕਰਦੀ ਹੈ, ਉਹ ਸਾਡੇ ਬਜ਼ੁਰਗ ਉਹਨੂੰ ਸੰਭਾਲਦੇ ਨੇ। ਤਾਂ ਉਹਨਾਂ ਦੇ ਅੰਦਰ ਇਹ ਖਿਆਲ ਦਾ ਜਨਮ ਹੁੰਦਾ ਹੈ
ਕਿ ਅਸੀਂ ਗੁਰਦੁਆਰਾ ਪ੍ਰਬੰਧ ਨੂੰ ਜਥੇਬੰਦਕ ਤੌਰ ਤੇ ਆਪਣੇ ਕੌਮੀ ਹੱਥਾਂ ਵਿੱਚ ਲੈਣਾ ਹੈ। ਤੇ ਉਹ ਕੌਮੀ ਹੱਥਾਂ 'ਚ ਲੈਣ ਦੇ ਲਈ ਉਹਨਾਂ ਨੇ ਕੌਮੀ ਇਕੱਠ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਤੇ ਅੱਜ ਤੋਂ 101 ਵਰ੍ਹਾ ਪਹਿਲਾਂ ਉਹ ਜਿਹੜਾ ਹੈ ਅੰਮ੍ਰਿਤਸਰ ਦੀ ਧਰਤੀ ਤੇ ਉਹ ਕਿੱਡਾ ਵੱਡਾ ਇਕੱਠ ਹੋਏਗਾ, ਜਿਹਦੇ ਬਾਰੇ ਅੱਜ ਸ਼ਾਇਦ ਅਸੀਂ ਸਹੀ ਤਰ੍ਹਾਂ ਅੰਦਾਜ਼ਾ ਵੀ ਨਾ ਲਾ ਸਕੀਏ ਕਿ ਉਹਨਾਂ ਨੇ ਉਸ ਕੌਮ ਦਰਦੀਆਂ ਦੇ ਵਿੱਚੋਂ 170 ਮੈਂਬਰ ਦੇ ਜਿਹੜੇ ਨੁਮਾਇੰਦੇ ਨੇ ਆਪਣੇ ਉਹ ਚੁਣੇ ਨੇ। ਘੱਟ ਵੀ ਚੁਣੇ ਹੋਣਗੇ ਤਾਂ ਵੀ 100 ਤੋਂ ਵੱਧ ਸਨ, ਤਾਂ ਕਿ ਚੁਣ ਕੇ ਉਹਨਾਂ ਨੇ ਜਿਹੜਾ ਜਥਾ ਤਿਆਰ ਕੀਤਾ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਜਿਹੜਾ ਹੈ ਉਹ ਦਿੱਤਾ ਜਾਂਦਾ। ਤੇ ਅਸੀਂ ਸਭ ਤੋਂ ਅੱਜ ਦੀ ਤਰੀਕ ਅੰਦਰ ਜਦੋਂ ਅਸੀਂ ਵਰਤਮਾਨ ਦੇਖਦੇ ਹਾਂ ਤੇ ਇੱਕ ਸਦੀ ਪਿੱਛੇ ਝਾਤ ਮਾਰ ਕੇ ਦੇਖਦੇ ਹਾਂ ਤੇ ਉਸ ਸਮੇਂ ਦੇ ਸਿੱਖਾਂ ਦੇ ਅੱਗੇ, ਉਹਨਾਂ ਦੀ ਕਰਨੀ ਦੇ ਅੱਗੇ, ਉਹਨਾਂ ਦੀ ਪੰਥ ਪ੍ਰਸਤੀ ਦੇ ਅੱਗੇ, ਉਹਨਾਂ ਦੇ ਅੰਦਰ ਕੌਮ ਦੇ ਵਰਤਮਾਨ ਨੂੰ ਸੰਭਾਲਣ ਦੇ ਫਿਕਰ ਦੇ ਅੱਗੇ ਸਾਡਾ ਸਿਰ ਮੱਲੋ ਮੱਲੀ ਜਿਹੜਾ ਚੁੱਕ ਜਾਂਦਾ। ਤੇ ਨਾਲ ਦੇ ਨਾਲ ਸਾਡੇ ਅੰਦਰ ਇੱਕ ਪ੍ਰੇਰਨਾ ਸ਼ਕਤੀ, ਇੱਕ ਹੁੱਬ ਵੀ ਪੈਦਾ ਕਰਦਾ ਹੈ ਕਿ ਅਸੀਂ ਉਹਨਾਂ ਆਪਣੇ ਬਜ਼ੁਰਗਾਂ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੇ ਸੇਵਾ ਜਜ਼ਬੇ ਨੂੰ, ਉਹਨਾਂ ਦੀ ਜਿਹੜੀ ਜਥੇਬੰਦਕ ਕੌਮੀ ਸੋਚ ਹੈ ਉਹਨੂੰ ਨਾ ਕੇਵਲ ਅਸੀਂ ਵਿਚਾਰੀਏ, ਨਾ ਕੇਵਲ ਅਸੀਂ ਉਹਨੂੰ ਸਮਝਣ ਦਾ, ਲਿਖਣ ਦਾ ਯਤਨ ਕਰੀਏ, ਬਲਕਿ ਅਸੀਂ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਤੋਂ ਪ੍ਰੇਰਨਾ ਲੈ ਕੇ ਜੋ ਕੁਝ ਵੀ ਕੌਮੀ ਪੱਧਰ ਤੇ, ਭਾਵੇਂ ਗੁਰਦੁਆਰਾ ਪ੍ਰਬੰਧ ਦੀ ਗੱਲ ਹੈ, ਭਾਵੇਂ ਉਹ ਵਿੱਦਿਆ ਖੇਤਰ ਦੀ ਗੱਲ ਹੈ ਜਾਂ ਹੋਰ ਪੱਖਾਂ ਦੀ ਗੱਲ, ਉਹਦੇ ਉੱਤੇ ਅਸੀਂ ਆਪਣਾ ਧਿਆਨ ਕੇਂਦਰਿਤ ਕਰੀਏ। ਮੈਂ ਮੰਨ ਕੇ ਚੱਲਦਾ ਹਾਂ ਸਾਡੇ ਲਈ ਅੱਜ ਦਾ ਦਿਨ ਸੋਚਣ ਦਾ, ਵਿਚਾਰਨ ਦਾ, ਜਥੇਬੰਦਕ ਹੋ ਕੇ ਉਹ ਜ਼ਿੰਮੇਵਾਰੀ ਨੂੰ ਸੰਭਾਲਣ ਦਾ ਦਿਨ ਹੈ। ਗਿਆਨੀ ਕੇਵਲ ਸਿੰਘ ਜੀ ਨੇ ਸਾਡੇ ਨਾਲ ਜ਼ਿਕਰ ਕੀਤਾ ਹੈ ਕਿ 1901 ਦੇ ਵਿੱਚ ਜਿਹੜੀ ਆ ਚੀਫ ਖਾਲਸਾ ਦੀਵਾਨ ਜਥੇਬੰਦੀ ਬਣਦੀ ਹੈ। ਉਸ ਤੋਂ ਪਹਿਲਾਂ 1892 ਵਿੱਚ ਖਾਲਸਾ ਕਾਲਜ ਵੀ ਬਣਦਾ ਹੈ। ਇਸ ਵਾਰ ਜਸਵਿੰਦਰ ਸਿੰਘ ਐਡਵੋਕੇਟ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੁੰਦੀ ਹੈ, ਇਹਦੀ ਅਹਿਮੀਅਤ ਦੇ ਨਾਲ ਨਾਲ ਜਿਹੜਾ ਐਕਟ ਬਣਦਾ ਹੈ ਉਸ ਐਕਟ ਸੰਬੰਧੀ ਸਾਨੂੰ ਜਾਣਕਾਰੀ ਦਿਓ। ਇਹ ਵੀ ਜਾਣਕਾਰੀ ਦਿਓ ਕਿ ਸ਼੍ਰੋਮਣੀ ਕਮੇਟੀ ਦਾ ਪਹਿਲਾ ਨਾਮ ਜਿਹੜਾ ਗੁਰਦੁਆਰਾ ਸੈਂਟਰਲ ਬੋਰਡ ਨਾਮ ਸੀ ਤੇ ਉਹ ਬਦਲ ਕੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦਾ ਹੈ। ਲਗਭਗ 17 ਜਨਵਰੀ 1927 ਨੂੰ ਸਰਕਾਰੀ ਨੋਟੀਫਿਕੇਸ਼ਨ ਹੁੰਦਾ ਹੈ ਤੇ ਇਹ ਗੁਰਦੁਆਰਾ ਸੈਂਟਰਲ ਬੋਰਡ ਤੋਂ ਸ਼੍ਰੋਮਣੀ ਕਮੇਟੀ ਬਣਦੀ ਹੈ। ਪਰ ਗਿਆਨੀ ਕੇਵਲ ਸਿੰਘ ਨੇ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਲਹਿਰਾਂ ਚੱਲੀਆਂ, ਜਥੇਬੰਦੀਆਂ ਸਥਾਪਿਤ ਹੋਈਆਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਮੋਰ ਸੰਸਥਾ ਬਣੀ ਜਿਹੜੀ ਦੇਸ਼ ਤੇ ਵਿਦੇਸ਼ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਦੀ ਇੱਕ ਮਨਸ਼ਾ ਸੀ। ਕਿ ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ, ਮੈਂ ਇਹਦੇ ਚ ਇੱਕ ਗੱਲ ਐਡ ਕਰਨਾ ਚਾਹਾਂਗਾ, ਉੱਥੋਂ ਹੀ ਸਾਰੀਆਂ ਗੱਲਾਂ ਕਲੀਅਰ ਹੋ ਜਾਂਦੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪਹਿਲਾ ਜਦੋਂ ਇਕੱਠ ਹੋਇਆ ਤੇ ਇਤਿਹਾਸ 'ਚ ਇਹ ਗੱਲ ਦਰਜ ਮਿਲਦੀ ਹੈ ਕਿ ਜਿਹੜੇ ਮੈਂਬਰ ਉਹਨਾਂ ਨੇ ਚੁਣ ਕੇ ਅੰਦਰ ਲਿੱਤੇ, ਉਹਨਾਂ ਮੈਂਬਰਾਂ ਦੀ ਬਕਾਇਦਾ ਸੁਧਾਈ ਕੀਤੀ ਗਈ। ਉਹਨਾਂ ਤੋਂ ਇੱਕ ਬੜਾ ਅਹਿਮ ਸਵਾਲ ਪੁੱਛਿਆ ਗਿਆ ਕਿ ਤੁਸੀਂ ਦਸਵੰਧ ਕੱਢਦੇ ਹੋ? ਉਹ ਸਵਾਲ ਬੜਾ ਇੰਪੋਰਟੈਂਟ ਸੀ ਕਿ ਇਹਦਾ ਮਤਲਬ ਹੈ ਕਿ ਜਿਹੜਾ ਦਸਵੰਧ ਕੱਢਦਾ ਉਹ ਕਿਰਤ ਵੀ ਕਰਦਾ ਹੋਏਗਾ। ਤੇ ਅੱਜ ਜਦੋਂ ਤੁਸੀਂ ਇਹਦਾ ਮੁਕਾਬਲਤਨ ਅੱਜ ਦੇਖਦੇ ਹੋ ਤੇ ਬਹੁਤੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਜਿਨ੍ਹਾਂ ਦਾ ਆਪਣਾ ਸ਼ਾਇਦ ਕੋਈ ਕਾਰੋਬਾਰ ਵੀ ਨਹੀਂ ਹੁੰਦਾ ਤੇ ਉਹ ਉਹਨਾਂ ਦੀ ਇੱਕੋ ਜਿਹੜੀ ਹੈ ਹੁੰਦਾ ਕਿ ਅਸੀਂ ਕੁਰਸੀ, ਜਿਹੜੀ ਰਾਜਸੀ ਕੁਰਸੀ ਤੱਕ ਪਹੁੰਚਣਾ ਤੇ ਉਹਨਾਂ ਲਈ ਇੱਕ ਸਟੈਪਿੰਗ ਸਟੋਨ ਹੈ, ਇੱਥੇ ਪੈਰ ਰੱਖ ਕੇ ਅਸੀਂ ਅੱਗੇ ਕਿਵੇਂ ਜਾ ਸਕਦੇ ਹਾਂ। ਤੇ ਇੱਥੇ ਬਹਿ ਕੇ ਵੀ ਉਹ ਆਪਣੀ ਇਹੀ ਮਨਸ਼ਾ ਨੂੰ ਪੁਗਾ ਰਹੇ ਹੁੰਦੇ ਨੇ। ਇਹ ਜਿਹੜਾ ਫਰਕ ਸੀ ਨਾ ਕਿ ਪਹਿਲੇ ਸੁਧਾਈ ਹੋਈ, ਫਿਰ ਉਹਨਾਂ ਤੋਂ ਸਵਾਲ ਪੁੱਛੇ ਗਏ, ਤੁਸੀਂ ਨਿਤਨੇਮ ਕਰਦੇ ਹੋ, ਤੁਸੀਂ ਦਸਵੰਧ ਕੱਢਦੇ ਹੋ? ਇਹ ਸਵਾਲ ਕੀ ਅੱਜ ਟਿਕਟ ਦੇਣ ਤੋਂ ਪਹਿਲਾਂ ਇਹ ਸਵਾਲ ਪੁੱਛੇ ਜਾ ਰਹੇ ਨੇ? ਨਹੀਂ ਪੁੱਛੇ ਜਾ ਰਹੇ। ਤੇ ਉਹਦੇ ਕਰਕੇ ਅੱਜ ਜਿਹੜੀ ਡਿਟੋਰੇਸ਼ਨ ਹੈ ਉਹ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿ ਜਿਹੜਾ ਆਪ ਗੁਰੂ ਨਾਲ ਨਹੀਂ ਜੁੜਿਆ, ਜਿਹੜਾ ਆਪ ਕਿਰਤ ਨਹੀਂ ਕਰਦਾ, ਜਿਹੜਾ ਆਪ ਦਸਵੰਧ ਨਹੀਂ ਕਰਦਾ, ਉਹ ਦਸਵੰਧ ਦੀ ਸੰਭਾਲ ਕਿਵੇਂ ਕਰ ਸਕਦਾ? ਜਿਹੜਾ ਆਪ ਕੀ ਕਿਰਤ ਨਹੀਂ ਕਰਦਾ, ਉਹ ਆਪਣੇ ਨੌਜਵਾਨਾਂ ਲਈ ਕਿਰਤ ਦੇ ਸਾਧਨ ਪੈਦਾ ਕਰਨ ਲਈ, ਕਿਉਂਕਿ ਅੱਜ ਸਮਾਂ ਬਦਲ ਗਿਆ। ਤੁਸੀਂ ਦੇਖੋ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ ਹੈ ਉਦੋਂ ਸਿਰਫ ਇਹ ਗੁਰਦੁਆਰਿਆਂ ਤੇ ਪ੍ਰਬੰਧ ਦਾ ਇੱਕ ਜਿਹੜਾ ਉਹ ਯਤਨ ਸੀ ਕਿ ਗੁਰਦੁਆਰੇ ਜਿਹੜੇ ਇੱਕ ਪ੍ਰਬੰਧ ਚ ਆ ਜਾਣ। ਇਹ ਬਾਅਦ ਚੋਂ ਜਦੋਂ ਐਕਟ ਬਣਦਾ ਹੈ
ਤੁਸੀਂ ਐਕਟ ਦੀ ਗੱਲ ਕੀਤੀ, ਮੈਂ ਉਹ ਲੰਬੀ ਗੱਲ 'ਚ ਨਹੀਂ ਜਾਵਾਂਗਾ, ਫਿਰ ਕਿਸੇ ਦਿਨ ਇੱਥੇ ਪੂਰਾ ਸੈਸ਼ਨ ਕਰ ਲਾਂਗੇ। ਪਰ ਜਿਹੜੀ ਇੰਪੋਰਟੈਂਟ ਗੱਲ ਸੀ ਕਿ ਕਾਨੂੰਨ ਬਣਾ ਕੇ ਸਾਰਾ ਕੁਝ ਉਸ ਦਾਇਰੇ 'ਚ ਫਿੱਟ ਕਰ ਦਿੱਤਾ ਗਿਆ ਜਿੱਥੋਂ ਅੱਜ ਅਸੀਂ ਬਾਹਰ ਨਹੀਂ ਨਿਕਲ ਪਾ ਰਹੇ। ਚੋਣਾਂ ਸਾਡੇ ਉੱਤੇ ਲੱਦ ਦਿੱਤੀਆਂ ਗਈਆਂ ਜੀ। ਚੋਣ ਦੇ ਵਿੱਚ ਕਿੱਦਾਂ ਦੇ ਬੰਦੇ ਚੁਣ ਕੇ ਆ ਸਕਦੇ ਨੇ, ਇਹ ਅੱਜ ਦੀ ਡੈਮੋਕ੍ਰੇਸੀ ਦਾ ਜਿਹੜਾ ਸਿਸਟਮ ਹੈ ਉਹ ਸਾਨੂੰ ਦੱਸ ਰਿਹਾ ਜੀ। ਤੇ ਜਿਹੜਾ ਸਾਡਾ ਸਿਸਟਮ ਸੀ ਸਿਲੈਕਸ਼ਨ ਵਾਲਾ, ਚੁਣਨ ਵਾਲਾ, ਉਹ ਮੰਫੀ ਹੋ ਗਿਆ। ਤੇ ਜਿਹਦੇ ਕਰਕੇ ਅੱਜ ਦੇ ਹਾਲਾਤ ਜਿਹੜੇ ਨੇ, ਮੈਂ ਸਾਰੀਆਂ ਗੱਲਾਂ ਉੱਥੋਂ ਸ਼ੁਰੂ ਕਰਕੇ ਹਾਲਾਤ ਤੇ ਲਿਆ ਰਿਹਾ। ਫਿਰ ਜਦੋਂ ਇਹ ਪ੍ਰਬੰਧਕ ਬੋਰਡ ਸੀਗਾ, ਉਸ ਤੋਂ ਬਾਅਦ ਇਹਦੇ 'ਚ ਇੱਕ ਅਮੈਂਡਮੈਂਟ ਕੀਤੀ ਗਈ, ਸ਼ਾਇਦ 52 'ਚ ਆ ਕੇ ਹੋਈ, ਕਿ ਇਹਦੇ 'ਚ ਧਰਮ ਪ੍ਰਚਾਰਕ ਦਾ ਜਿਹੜਾ ਉਹ ਜੋੜਿਆ ਗਿਆ ਕਿ ਦਸਵੰਧ ਗੁਰਦੁਆਰਿਆਂ ਦੇ ਪ੍ਰਬੰਧ 'ਚੋਂ ਧਰਮ ਪ੍ਰਚਾਰ ਲਈ ਜਾਏਗਾ ਤੇ ਦਸਵੰਧ ਜਿਹੜਾ ਹੈ ਉਹ ਐਜੂਕੇਸ਼ਨ ਦੇ ਪਰਪਸ ਲਈ ਜਾਏਗਾ। ਤੁਸੀਂ ਦੋਨੋਂ ਪੱਖ ਹੁਣ ਜਿਹੜੇ ਇਹਦੇ ਅਗਲੇ ਨੇ, ਪ੍ਰਬੰਧਕੀ ਤੌਰ ਦੇ ਉੱਤੇ ਅੱਜ ਗੁਰਦੁਆਰਿਆਂ ਨੂੰ ਜਦੋਂ ਤੁਸੀਂ ਝਾਤੀ ਮਾਰਦੇ ਹੋ ਤੇ ਜਿਹੜੀ ਰਹਿਤ ਮਰਿਆਦਾ ਦੀ ਕਸਟੋਡੀਅਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਰਹਿਤ ਮਰਿਆਦਾ ਵੀ ਗੁਰਦੁਆਰਿਆਂ ਤੇ ਲਾਗੂ ਨਹੀਂ ਹੈ। ਇਹ ਪ੍ਰਬੰਧ ਕੋਲੋਂ ਬਹੁਤ ਵੱਡੀ ਢਿੱਲ ਹੈ। ਜਦੋਂ ਤੁਸੀਂ ਧਰਮ ਪ੍ਰਚਾਰ ਦੀ ਗੱਲ ਕਰਦੇ ਹੋ ਤੇ ਪੰਜਾਬ ਦੇ ਅੰਦਰ ਵੀ ਤੁਸੀਂ ਧਿਆਨ ਨਾਲ ਦੇਖੋ ਕਿ ਅੱਜ ਸਿੱਖ ਪਰਿਵਾਰ ਜਿਹੜੇ ਨੇ ਉਹ ਧਰਮ ਛੱਡ ਰਹੇ ਨੇ। ਉਹਨਾਂ ਨਾਲ ਉਹਦੇ ਤੇ ਕਿਸੇ ਨੇ ਸਿਰ ਜੋੜ ਕੇ ਬੈਠ ਕੇ ਐਨਾਲਿਸਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੀ ਕਮੀ ਕਿੱਥੇ ਹੈ। ਸਾਡੀ ਫਲਸਫੇ 'ਚ ਤੇ ਕਮੀ ਨਹੀਂ ਹੈ, ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ। ਇਹਦਾ ਮਤਲਬ ਹੈ ਕਿ ਫਲਸਫਾ ਦੱਸਣ 'ਚ ਕਿਤੇ ਕਮੀ ਹੈ, ਆਪਣਾ ਸੁਨੇਹਾ ਅਗਲੇ ਦੇ ਜ਼ਿਹਨ 'ਚ ਬਿਠਾਉਣ ਦੇ, ਅਗਲੇ ਦੇ ਮਨ 'ਚ ਬਿਠਾਉਣ 'ਚ ਕਿਤੇ ਕਮੀ ਹੈ, ਤੇ ਜਾਂ ਸਾਡੇ ਵਿਵਹਾਰ 'ਚ ਕਮੀ ਹੈ। ਇਹ ਦੋਨੋਂ ਗੱਲਾਂ ਨੂੰ ਅਸੀਂ ਐਨਾਲਿਸਿਸ ਕਰਨਾ ਸੀ ਵੱਡੇ ਪੱਧਰ ਦੇ ਉੱਤੇ। ਜਿਹੜਾ ਕੰਮ ਧਰਮ ਪ੍ਰਚਾਰ ਕਮੇਟੀ ਦਾ ਇੱਕ ਪਾਲਿਸੀ ਕ੍ਰੀਏਟ ਕਰਨ ਦਾ ਹੋਣਾ ਚਾਹੀਦਾ ਸੀਗਾ, ਉਹ ਉੱਥੇ ਵੀ ਇੱਕ ਫੇਲੀਅਰ ਨਜ਼ਰ ਆ ਰਿਹਾ। ਤੇ ਐਜੂਕੇਸ਼ਨ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ, ਕਿਉਂਕਿ ਕੋਈ ਸਕੂਲ ਇਦਾਂ ਦਾ ਨਹੀਂ ਹੈ ਕਿ ਜਿੱਥੇ ਲਾਈਨ ਲਾ ਕੇ ਐਡਮਿਸ਼ਨ ਲੈਣ ਦੀ ਗੱਲ ਜਿਹੜੀ ਆ ਉਹ ਸਾਨੂੰ ਕਰਨੀ ਪੈਂਦੀ ਹੋਵੇ। ਤੇ ਬਹੁਤ ਨਾ ਹੋਵੇ ਜੀ ਕਿ ਸ਼੍ਰੋਮਣੀ ਕਮੇਟੀ ਨੇ ਕੋਈ ਆਕਸਫੋਰਡ ਵਰਗਾ, ਕੈਂਬਰਿਜ ਵਰਗਾ ਕੋਈ ਕਾਲਜ ਯੂਨੀਵਰਸਿਟੀ ਬਣਾ ਦਿੱਤੀ ਹੈ ਕਿ ਲੋਕੀ ਉੱਥੋਂ ਸਾਰੇ ਸੰਸਾਰ 'ਚੋਂ ਪੜ੍ਹਨ ਆਉਂਦੇ ਨੇ। ਇਦਾਂ ਦੀ ਗੱਲ ਨਹੀਂ ਨਜ਼ਰ ਆਉਂਦੀ। ਤੇ ਜੇ ਅਸੀਂ ਮੀਡੀਓਕਰ ਰਹਿ ਕੇ ਹੀ ਸਾਰਾ ਕੰਮ ਕਰਨਾ ਹੈ ਤੇ ਫਿਰ ਅਸੀਂ ਜਿਹੜੀ ਸਾਡਾ ਇੰਨਾ ਅਮੀਰ ਫਲਸਫਾ ਹੈ ਉਹ ਪਹੁੰਚਾਣਾ, ਅਸੀਂ ਕਿੱਦਾਂ ਦੂਜੇ ਲੋਕਾਂ ਤੱਕ ਪਹੁੰਚਾਣਾ। ਮੈਨੂੰ ਇਦਾਂ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੋਂ ਚੱਲੀ ਸੀ, ਜੇ ਉਹ 100 ਨੰਬਰ ਤੋਂ ਚੱਲੀ ਸੀ ਤੇ ਅੱਜ 1 ਨੰਬਰ ਤੇ ਬੈਠੀ ਹੈ। ਤੇ ਆਉਣ ਵਾਲੇ ਸਮੇਂ 'ਚ ਵੱਡਾ ਦਿਲ ਕਰਕੇ, ਵੱਡਾ ਬਾਹਾਂ ਕਰਕੇ ਕੌਮ ਦੇ ਦਾਨਿਆਂ ਨੂੰ, ਪਤਵੰਤਿਆਂ ਨੂੰ ਬਹਿਣਾ ਪੈਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਤੇ ਰੋਲ ਵੱਡਾ ਕਰੀਏ ਤੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਝਾਕਣਾ ਬੰਦ ਕਰਕੇ ਨਵੀਂ ਇੱਕ ਇੰਸਟੀਟਿਊਸ਼ਨ ਜਿਹੜੀ ਆਪਣੇ ਜ਼ਿੰਮੇ ਕੌਮੀਅਤ, ਜਜ਼ਬਾ ਤੇ ਸਾਰੀ ਗੱਲ ਨੂੰ, ਤਰਜਮਾਨੀ ਨੂੰ ਆਪਣੇ ਜ਼ਿੰਮੇ ਲਵੇ ਤੇ ਅੱਗੇ ਲੈ ਕੇ ਚੱਲੇ। ਜੀ ਮਾਸਟਰ ਗੁਰਚਰਨ ਸਿੰਘ ਵਸੈਲਾ ਜੀ, ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਆਪਣੇ ਨਾਲ ਗੱਲ ਕਰ ਰਹੇ ਸੀ। ਇੱਕ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਦਰਸ਼ਕ ਚੋਣ ਪ੍ਰਣਾਲੀ ਦੀ ਗੱਲ ਕੀਤੀ ਹੈ ਵੀ ਕੈਸੀ ਕਮਾਲ ਦੀ ਆਦਰਸ਼ਕ ਚੋਣ ਪ੍ਰਣਾਲੀ ਕਿ ਤੁਸੀਂ ਖੰਡੇ ਬਾਟੇ ਦੀ ਪੌਲ ਛਕੀ ਹੋਈ ਹੈ, ਤੁਸੀਂ ਨਿਤਨੇਮੀ ਹੋ, ਦਸਵੰਧ ਕੱਢਦੇ ਹੋ, ਤੁਹਾਡਾ ਨਿੱਜੀ ਕਿਰਦਾਰ ਕੀ ਹੈ, ਉਹਨਾਂ ਨੇ ਇਸ ਦੀ ਗੱਲ ਕੀਤੀ ਹੈ। ਦੂਸਰੀ ਮਰਜ਼ਾਦਾ ਦੀ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਰਜ਼ਾਦਾ ਸੀ, ਜਿਹੜੀ 10 ਗੁਰੂ ਸਾਹਿਬਾਨ ਨੇ ਚਲਾਈ, ਉਸ ਮਰਜ਼ਾਦਾ ਨੂੰ ਅਲੰਘ ਕੇ ਸਨਾਤਨੀ ਪੂਜਾ, ਮੂਰਤੀ ਪੂਜਾ, ਬੁੱਤ ਪੂਜਾ, ਉਹ ਸਾਰਾ ਕੁਝ ਗੁਰਦੁਆਰਿਆਂ ਦੇ ਅੰਦਰ ਹੋਣ ਲੱਗ ਗਿਆ ਸੀ। ਤੇ ਅੱਜ ਦੇ ਸੰਦਰਭ ਦੇ ਵਿੱਚ ਤੁਸੀਂ ਕੀ ਆਪਣਾ ਵਿਚਾਰ ਰੱਖਦੇ ਹੋ ਜਦੋਂ 101ਵਾਂ ਸਥਾਪਨਾ ਦਿਵਸ ਸ਼੍ਰੋਮਣੀ ਕਮੇਟੀ ਮਨਾ ਰਹੀ ਹੈ ਤੇ ਬਹੁਤ ਸਾਰੀ ਸੰਗਤ ਨੂੰ ਪਤਾ ਵੀ ਨਹੀਂ ਹੈ ਕਿ ਅੱਜ 101ਵਾਂ ਸਥਾਪਨਾ ਦਿਵਸ ਸ਼੍ਰੋਮਣੀ ਕਮੇਟੀ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਬਹੁਤ ਵਧਾਈ ਦਿੰਦਾ ਇਸ ਗੱਲ ਦੀ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ 15 ਨਵੰਬਰ 1920 ਜਿਹੜਾ ਹੋਇਆ ਸੀ, ਉਹਦਾ 101ਵਾਂ ਸਾਲ ਦੇ ਸੰਦਰਭ ਦੇ ਵਿੱਚ ਇਹ ਤੁਸੀਂ ਬੜਾ ਵੱਡਾ ਉਪਰਾਲਾ ਕਰਕੇ ਜਾਣਕਾਰੀ ਦੇ ਰਹੇ ਹੋ। ਜਿਹੜੀ ਹੁਣ ਤੁਸੀਂ ਸਵਾਲ ਕੀਤੇ ਆ ਵੀਰ ਐਡਵੋਕੇਟ ਜਸਵਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਦੱਸਿਆ, ਇਹਨਾਂ ਤੋਂ ਪਹਿਲਾਂ ਗਿਆਨੀ ਕੇਵਲ ਸਿੰਘ ਜੀ ਨੇ ਜੋ ਵਿਚਾਰ ਦਿੱਤੇ ਵੀ ਜੀ ਇਹ ਠੀਕ ਹੈ ਕਿ ਅੱਜ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਇਹਦੀਆਂ ਵੱਡੀਆਂ ਕੁਰਬਾਨੀਆਂ ਕਰਕੇ ਇੱਕ ਪੰਥਕ ਸੰਸਥਾ ਇਸ ਕਰਕੇ ਬਣਾਈ ਸੀ ਵੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ, ਸਾਡੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਠੀਕ ਹੋਵੇ, ਸਾਡੇ ਬੱਚੇ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀਆਂ ਨਾਲ ਉਹ ਸਿੱਖੀ ਨਾਲ ਜੁੜੀਆਂ ਰਹਿਣ। ਪਰ ਦੇਖਣ 'ਚ ਆਇਆ ਕਿ ਜਿਸ ਭਾਵਨਾ ਦੇ ਨਾਲ ਇਸ ਸੰਸਥਾ ਦੀ ਸਥਾਪਨਾ ਹੋਈ ਸੀ, ਐਕਟ ਬਣਨ ਤੋਂ ਬਾਅਦ
ਇਸ ਸੰਸਥਾ ਦਾ ਜਿਹੜਾ ਮੂਲ ਜਿਹੜਾ ਉਹਦੀ ਜ਼ਿੰਮੇਵਾਰੀ ਸੀ ਉਸ ਨੂੰ ਪਿੱਠ ਕਰਕੇ ਇਹਨੂੰ ਪੂਰੀ ਤਰ੍ਹਾਂ ਪੋਲੀਟੀਸਾਈਜ਼ ਕਰ ਦਿੱਤਾ, ਇਹਦਾ ਸਿਆਸੀਕਰਨ ਕਰ ਦਿੱਤਾ। ਜਿਹੜੀ ਗੱਲ ਵੀ ਐਡਵੋਕੇਟ ਆਪਣੇ ਜਸਵਿੰਦਰ ਸਿੰਘ ਜੀ ਗੱਲ ਕਰ ਰਹੇ ਨੇ, ਇਹ ਠੀਕ ਆ ਕਿ ਉਸ ਵੇਲੇ ਪਰਖ ਕੀਤੀ ਗਈ ਸੀ ਵੀ ਕੌਣ ਦਸਵੰਧ ਕੱਢਦਾ ਹੈ ਤਾਂ ਕਿਰਤ ਕਰਦਾ ਹੈ। ਅੱਜ ਨਿਸ਼ਾਨਾ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲੈਕਸ਼ਨ ਰਾਹੀਂ ਜੋ ਜਿੱਤ ਕੇ ਤਾਂ ਕੋਈ ਸਿਆਸੀ ਤੌਰ ਤੇ ਆਪਣੀ ਪਦਵੀ ਪ੍ਰਾਪਤ ਕੀਤੀ ਜਾਵੇ, ਔਰ ਉਹ ਬੰਦੇ ਕਾਬਜ਼ ਹੋਏ ਨੇ ਜਿਨ੍ਹਾਂ ਨੂੰ ਸਿੱਖ ਫਲਸਫੇ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰ ਅਗਰ ਉਹਨਾਂ ਵੱਲ ਝਾਤੀ ਮਾਰੀਏ ਤਾਂ ਉਹ ਪਤਿਤ ਵੀ ਹੈਗੇ ਆ। ਸੋ ਰਹਿਤ ਮਰਿਆਦਾ ਦੀ ਗੱਲ ਜਿਹੜੀ ਕਿ ਇੰਨੀ ਵੱਡੀ ਸਾਡੇ ਘਾਲਣਾ ਤੋਂ ਬਾਅਦ ਜਿਹੜੀ ਸਥਾਪਨਾ ਹੋਈ ਔਰ ਜਿਹਦੀ ਇਹ ਪਾਬੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਇਹਨਾਂ ਦੇ ਆਪਣੇ ਪ੍ਰਬੰਧ ਹੇਠ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਉੱਥੇ ਵੀ ਇਸ ਮਰਿਆਦਾ ਦੀ ਪਾਲਣਾ ਨਹੀਂ ਹੋ ਰਹੀ। ਕਾਰਨ ਇਹ ਹੈ ਕਿ ਜਿਹੜੇ ਵੀ ਉੱਥੇ ਜਿਨ੍ਹਾਂ ਦਾ ਫਰਜ਼ ਬਣਦਾ ਸੀ ਪ੍ਰਚਾਰਕਾਂ ਦਾ ਜਾਂ ਉੱਥੇ ਜਿਹੜੇ ਵੀ ਸੇਵਾਦਾਰ ਨੇ ਉਹਨਾਂ ਨੇ ਪਹਿਰਾ ਦੇਣਾ ਸੀ, ਪਰ ਉਹ ਕਿਉਂਕਿ ਸਿਆਸੀਕਰਨ ਹੋਣ ਕਰਕੇ ਉਹ ਸਾਰੇ ਚਹੇਤੇ ਭਰਤੀ ਕਰ ਲਏ ਆ। ਜਿਹੜੇ ਸਾਡੇ ਪ੍ਰਬੰਧਕ ਕਮੇਟੀ ਦੇ 117 ਮੈਂਬਰ ਬਣਦੇ 127 ਤੱਕ, ਉਹ ਮੈਂਬਰਾਂ ਦੇ ਵਿੱਚ ਉਹ ਭਾਵਨਾ ਹੀ ਨਹੀਂ ਹੈ ਜਿਸ ਭਾਵਨਾ ਕਰਕੇ ਕੁਰਬਾਨੀਆਂ ਕਰਕੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਸੀ। ਅੱਜ ਇਹ ਬੜਾ ਵੱਡਾ ਸਾਡੇ ਵਾਸਤੇ ਚੁਣੌਤੀ ਹੈ। ਤੋ ਅੱਜ 15 ਨਵੰਬਰ ਦਾ ਸਥਾਪਨਾ ਦਿਵਸ ਪੰਥਕ ਤਾਲਮੇਲ ਸੰਗਠਨ ਤਾਂ ਮਨਾ ਰਿਹਾ ਹੈ। ਅੱਜ ਤੁਹਾਡੇ ਸੁਨੇਹੇ ਤੋਂ ਮੈਨੂੰ ਪਤਾ ਲੱਗਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਿਵਸ ਹੈ, ਪਰ ਕੋਈ ਸਿੱਖ ਜਗਤ ਦੇ ਵਿੱਚ ਮੇਰਾ ਖਿਆਲ ਹੈ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਅੱਜ ਸਾਡਾ ਕਿੱਡਾ ਇੱਕ ਮਹੱਤਵਪੂਰਨ ਇੱਕ ਕੌਮ ਵਾਸਤੇ ਦਿਨ ਹੈ ਕਿ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਜਿਸ ਸੰਸਥਾ ਦੀ ਸਥਾਪਨਾ ਕੀਤੀ ਸੀ, ਜਿਹਦਾ ਫਰਜ਼ ਸੀਗਾ ਕਿ ਸਿੱਖਾਂ ਦੇ ਵਿੱਚ ਸੇਵਾ ਦੀ ਭਾਵਨਾ, ਕਾਲਜਾਂ ਰਾਹੀਂ ਵਿੱਦਿਆ, ਉਹਨਾਂ ਨੂੰ ਸਿਹਤ ਸਹੂਲਤਾਂ ਔਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਨੌਜਵਾਨ ਪੀੜ੍ਹੀ ਨੂੰ ਅਗਵਾਈ ਦੇਣੀ, ਉਹ ਸਾਰਾ ਅਲੋਪ ਲੱਗਦਾ ਇਸ ਵੇਲੇ। ਮੈਂ ਇਹ ਬੜਾ ਇੱਕ ਸਿੱਧਤ ਨਾਲ ਮਹਿਸੂਸ ਕਰਦਾ ਕਿ ਇਹਦੇ ਵਿੱਚ ਗੁਰਦੁਆਰਾ ਐਕਟ ਦੀ ਜਿਹੜੀ ਵੀਰ ਜਸਵਿੰਦਰ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਇਹ ਇਲੈਕਸ਼ਨ ਵਾਲੀ ਪੱਧਤੀ ਹੈ ਡੈਮੋਕ੍ਰੇਸੀ, ਇਹ ਡੈਮੋਕ੍ਰੇਸੀ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਦੀ ਵੀ ਅਸੀਂ ਉਹ ਪ੍ਰਾਪਤੀਆਂ ਨਹੀਂ ਕਰ ਸਕਦੇ ਜਿਸ ਭਾਵਨਾ ਨਾਲ ਸਾਡੇ ਬਜ਼ੁਰਗਾਂ ਨੇ ਇਸ ਦੀ ਸਥਾਪਨਾ ਕੀਤੀ ਸੀ। ਅੱਜ ਜ਼ਰੂਰਤ ਹੈ ਕਿ ਉਹ ਚੰਗੇ ਜਿਹੜੇ ਪੰਥ ਦਰਦੀ ਨੇ, ਜਿਨ੍ਹਾਂ ਦੇ ਅੰਦਰ ਭਾਵਨਾ ਹੈ ਔਰ ਆਪ ਵੀ ਉਹ ਸਿੱਖੀ ਰਵਾਇਤਾਂ ਦੇ ਨਾਲ ਆਪਣੇ ਪੂਰੇ ਉਤਰਦੇ ਆ, ਉਹ ਕਮੇਟੀ ਵਿੱਚ ਆਉਣੇ ਚਾਹੀਦੇ ਨੇ ਤਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਹੈਗਾ ਆ ਉਹ ਸਾਡੇ ਕੌਮ ਦਾ ਸੁਰੱਖਿਅਤ ਹੋ ਸਕੇ ਔਰ ਇਹ ਜਿਹੜੀ ਸੰਸਥਾ ਹੈ ਆਪਣੀ ਜ਼ਿੰਮੇਵਾਰੀ ਨਿਭਾ ਸਕੇ। ਮੈਂ ਇਹ ਸ਼ਬਦ ਕਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜਦੋਂ ਸਥਾਪਨਾ ਦਿਵਸ ਮਨਾ ਰਹੀ ਹੈ, ਉੱਥੇ ਉਹ ਆਪਣੇ ਵਿਦਿਅਕ ਅਦਾਰਿਆਂ ਦੇ ਸਕੂਲਾਂ ਕਾਲਜਾਂ ਨੂੰ ਵੀ ਸ਼ਮੂਲੀਅਤ ਕਰਵਾ ਰਹੀ ਹੈ ਤੇ ਉਮੀਦ ਹੈ ਕਿ ਉਹਨਾਂ ਦੀਆਂ ਜਿਹੜੀਆਂ ਖਬਰਾਂ ਅਸੀਂ ਅੱਗੇ ਉਹਨਾਂ ਨੂੰ ਪ੍ਰਸਾਰਿਤ ਕਰਾਂਗੇ, ਮੀਡੀਆ ਵੀ ਕਰੇਗਾ ਤੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਕਮੇਟੀ ਪੂਰੇ ਪੰਥ ਨੂੰ ਨਾਲ ਜੋੜ ਕੇ ਅਜਿਹੇ ਇਤਿਹਾਸਕ ਜਿਹੜੇ ਦਿਵਸ ਉਹ ਮਨਾਵੇ। ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਗੋਲਡੀ, ਜੋ ਕਿ ਸਿੱਖ ਸੇਵਕ ਸੁਸਾਇਟੀ ਦੇ ਅਹਿਮ ਅਹੁਦੇਦਾਰ ਨੇ। ਉਹਨਾਂ ਦੇ ਵੀ ਅਸੀਂ ਵਿਚਾਰ ਜਾਣਨੇ ਚਾਹਾਂਗੇ। ਸਰਦਾਰ ਸੁਰਿੰਦਰਪਾਲ ਸਿੰਘ ਗੋਲਡੀ ਜੀ, ਤੁਸੀਂ ਆਵਾਜ਼ ਸੁਣ ਰਹੇ ਹੋ? ਸਰ ਸੁਰਿੰਦਰਪਾਲ ਸਿੰਘ ਜੀ, ਮੇਰਾ ਖਿਆਲ ਉਹ ਸਾਡੀ ਆਵਾਜ਼ ਨਹੀਂ ਸੁਣ ਪਾ ਰਿਹਾ ਹੈ। ਗਿਆਨੀ ਕੇਵਲ ਸਿੰਘ ਜੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਜਿਵੇਂ ਸਰਦਾਰ ਜਸਵਿੰਦਰ ਸਿੰਘ ਨੇ ਗੱਲ ਕਹੀ ਕਿ ਕਾਨੂੰਨ ਬਣਨ ਤੋਂ ਬਾਅਦ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਬਣਿਆ, ਐਕਟ ਬਣਿਆ, ਉਸ ਤੋਂ ਬਾਅਦ ਕਈ ਉਲਝਣਾਂ ਵੀ ਪਈਆਂ ਨੇ। ਕੀ ਉਸ ਵੇਲੇ ਵੀ ਕੁਝ ਗੁਰਸਿੱਖਾਂ ਨੇ ਸੋਚਿਆ ਹੋਏਗਾ ਕਿ ਸਾਨੂੰ ਇਸ ਪੱਖ ਤੇ ਨਹੀਂ ਜਾਣਾ ਚਾਹੀਦਾ, ਸਾਨੂੰ ਕਿਸੇ ਕਾਨੂੰਨੀ ਦਾਇਰੇ ਵਿੱਚ ਨਹੀਂ ਜਾਣਾ ਚਾਹੀਦਾ, ਸਾਨੂੰ ਆਜ਼ਾਦ ਜਿਹੜੀ ਆ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ? ਜਦੋਂ ਅਸੀਂ ਦੇਖਦੇ ਹਾਂ ਜੀ ਕਿ ਜਦੋਂ ਕਮੇਟੀ ਬਣੀ ਹੈ ਤੇ ਪੰਥ ਨੇ ਆਪਣੇ ਜਿਹੜਾ ਸਾਡਾ ਕੌਮੀ ਕਾਇਦਾ ਕਾਨੂੰਨ ਹੈ, ਪੰਥ ਦਾ ਵਿਧੀ ਵਿਧਾਨ ਹੈ, ਉਹਦੇ ਮੁਤਾਬਕ ਇਹਨੂੰ ਤਿਆਰ ਕੀਤਾ ਸੀ ਜੀ। ਤੇ ਉਹਨਾਂ ਉਸ ਤਰ੍ਹਾਂ ਹੀ ਆਪਣੀ ਜ਼ਿੰਮੇਵਾਰੀਆਂ ਮੋਢਿਆਂ ਤੇ ਚੁੱਕੀਆਂ, ਵੱਡੇ ਸੰਘਰਸ਼ ਲੜੇ ਤੇ ਉਸ ਸਮੇਂ ਦੀ ਅੰਗਰੇਜ਼ ਸਰਕਾਰ ਨੇ ਦੇਖਿਆ ਇਹ ਜਿਹੜੀ ਸੰਸਥਾ ਹੈ ਇਹ ਤੇ ਸਾਡੇ ਜਿਹੜਾ ਤਾਨਾਸ਼ਾਹੀ ਰਾਜ ਪ੍ਰਬੰਧ ਹੈ ਉਹਦੇ ਵਾਸਤੇ ਬੜੀ ਖਤਰਨਾਕ ਹੈ। ਸਾਡੀਆਂ ਕੀਤੀਆਂ ਕਰਾਈਆਂ ਦੇ ਉੱਤੇ ਇਹ ਇੱਕ ਬਹੁਤ ਵੱਡਾ ਸਾਡੇ ਲਈ
ਉਹਨੂੰ ਰਸਤਾ ਰੋਕਣ ਦਾ ਯਤਨ ਕਰ ਰਹੀ ਹੈ ਤੇ ਆਜ਼ਾਦੀ ਆਪਣੇ ਢੰਗ ਦੀ ਆਜ਼ਾਦੀ ਦੀ ਗੁਲਾਮ ਦੇਸ਼ ਵਿੱਚ ਆਜ਼ਾਦ ਸੰਸਥਾ ਦਾ ਪੈਦਾ ਹੋਣਾ ਉਹਨਾਂ ਨੂੰ ਬੁਰਾ ਲੱਗਿਆ ਤੇ ਉਹਨਾਂ ਨੇ ਜਿਹੜਾ 25 ਚ ਐਕਟ ਬਣਾਇਆ ਉਹ ਧੱਕੇ ਨਾਲ ਬਣਾਇਆ। ਉਹਨਾਂ ਨੇ ਕੌਮ ਵੱਲੋਂ ਮੰਗ ਹੀ ਨਹੀਂ ਕੀਤੀ ਗਈ ਸੀ ਐਕਟ ਦੀ। ਐਕਟ ਜ਼ਬਰਦਸਤੀ ਦਿੱਤਾ ਗਿਆ। ਕਦੀ ਇਤਿਹਾਸ ਆਪਾਂ ਪੜ੍ਹਦੇ ਹਾਂ ਤੇ ਇਹਨਾਂ ਨੇ ਐਕਟ ਬਣਾ ਕੇ ਉਸ ਮੌਕੇ ਦੇ ਉੱਤੇ ਜਿਹੜੇ ਬਹੁਤ ਸਾਰੇ ਸਾਡੇ ਮੈਂਬਰ ਸਨ ਇਹਨੂੰ ਕੈਦ ਕਰ ਦਿੱਤਾ ਗਿਆ ਹੋਇਆ ਸੀ ਬਣਾਉਣ ਦੇ ਲਈ, ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ, ਧੱਕੇ ਨਾਲ ਲਾਗੂ ਕਰਾਇਆ। ਜਿਨ੍ਹਾਂ ਹਮਦਰਦੀ ਪ੍ਰਗਟ ਕੀਤੀ ਉਹਨਾਂ ਨੂੰ ਜੇਲ੍ਹ 'ਚ ਬਾਹਰ ਕੱਢ ਦਿੱਤਾ। ਜਿਹੜੇ ਉਹਦੇ ਵਿਰੋਧ ਵਿੱਚ ਖੜੇ ਰਹੇ ਉਹਨਾਂ ਨੂੰ ਜੇਲ੍ਹ ਦੀਆਂ ਕੋਠੀਆਂ ਵਿੱਚ ਲੰਮਾ ਸਮਾਂ ਬੰਦ ਰਹਿਣਾ ਪਿਆ। ਇਸ ਕਰਕੇ ਉਸ ਸਮੇਂ ਕੌਮ ਦੀ ਮਾਨਸਿਕਤਾ ਐਕਟ ਦੇ ਨਾਲ ਸਹਿਮਤ ਨਹੀਂ ਸੀ ਹੈਗੀ। ਪਰ ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ ਕਿ ਅੱਜ ਲੋਕਤੰਤਰ ਦੇ ਹੁੰਦਿਆਂ ਵੀ ਤਾਨਾਸ਼ਾਹੀ ਢੰਗ ਤਰੀਕੇ ਵਰਤ ਕੇ ਗਲਤ ਕਾਨੂੰਨ ਬਣਾ ਕੇ ਲੋਕਾਂ ਨੂੰ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ। ਇਸ ਤਰ੍ਹਾਂ ਉਹ ਇੱਕ ਤਾਨਾਸ਼ਾਹੀ ਹਕੂਮਤ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ। ਇਹ ਐਕਟ ਸਿੱਖਾਂ ਨੇ ਮੰਗਿਆ ਨਹੀਂ ਸੀ ਕਿ ਸਿੱਖਾਂ ਨੂੰ ਪਤਾ ਸੀ ਕਿ ਜਿਹੜੇ ਧਰਮ ਸਥਾਨ ਨੇ ਸਾਡੇ ਜਾਂ ਸਾਡੇ ਸਮਾਜਿਕ ਸਰੋਕਾਰ ਨੇ ਅਸੀਂ ਬੜੇ ਸਹਿਜ ਨਾਲ ਚਲਾ ਸਕਦੇ ਹਾਂ, ਸਾਡੀ ਉਹ ਜ਼ਿੰਮੇਵਾਰੀ ਬਣਦੀ। ਕਿਉਂਕਿ ਅੱਜ ਵੀ ਆਪਾਂ ਦੇਖੀਏ ਧਿਆਨ ਨਾਲ ਅੱਜ ਹਿੰਦੂ ਮਤ ਦੇ ਕਿੰਨੇ ਮੰਦਿਰ ਨੇ, ਕਿੰਨੇ ਮੱਠ ਨੇ, ਉਹਨਾਂ ਦੀ ਕੋਈ ਸਾਡੇ ਵਰਗੀ ਸੰਸਥਾ ਦੇਸ਼ ਦੇ ਐਕਟ ਥੱਲੇ ਕਿਤੇ ਨਹੀਂ ਬਣੀ ਹੋਈ ਤੇ ਨਾ ਹੀ ਉਹਨਾਂ ਨੂੰ ਲੋੜ ਮਹਿਸੂਸ ਹੋ ਰਹੀ ਹੈ। ਈਸਾਈ ਮਤ ਦੇ ਕਿਹੜੇ ਕਿਹੜੇ ਵੱਡੇ ਚਰਚ ਨੇ, ਸਾਡੇ ਨਾਲੋਂ ਵੱਧ ਉਹਨਾਂ ਦੀ ਆਮਦਨ ਹੈ, ਉਹਦੇ ਬਾਵਜੂਦ ਵੀ ਕੋਈ ਇਸ ਤਰ੍ਹਾਂ ਦਾ ਕੇਂਦਰੀ ਪ੍ਰਬੰਧ ਸਰਕਾਰ ਦੇ ਤੰਤਰ ਥੱਲੇ ਪ੍ਰਬੰਧਕੀ ਉਹਨਾਂ ਦਾ ਢਾਂਚਾ ਨਹੀਂ ਹੈ। ਇਸਲਾਮ ਦਾ ਦੇਖ ਲਈ ਉੱਥੇ ਵੀ ਕੋਈ ਨਹੀਂ ਹੈ। ਇਹ ਸਿੱਖਾਂ ਨੇ ਇੱਕ ਜਿਹੜੀ ਸਾਡੇ ਅੰਦਰ ਦਾ ਜਿਹੜਾ ਗੌਰਵ ਸੀ, ਸਾਡੀ ਅਣਖ ਸੀ, ਸਾਡਾ ਸਵੈਮਾਨ ਸੀ, ਅਸੀਂ ਗੁਲਾਮੀ ਕਰਨੀ ਸਿੱਖੀ ਨਹੀਂ ਸੀ ਤੇ ਸਾਨੂੰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਅਧੀਨ ਮੈਂ ਮੰਨ ਕੇ ਚੱਲਦੇ ਹਾਂ ਕਿ ਸਾਨੂੰ ਇਹ ਜਿਹੜੀ ਗੱਲ ਦਿੱਤੀ ਹੈ, ਜਿਹੜੀ ਗੱਲ ਜਸਵਿੰਦਰ ਸਿੰਘ ਨੇ ਕਹੀ ਹੈ, ਜਦੋਂ ਤੱਕ ਇਹ ਐਕਟ ਇਸ ਤਰ੍ਹਾਂ ਹੀ ਲਾਗੂ ਰਹੇਗਾ ਤੇ ਸਾਡੇ ਵਿੱਚੋਂ ਚੰਗੇ ਉਸ ਹਾਣ ਦੇ ਜਿਹੜੇ ਆਗੂ ਨੇ, ਜਿਹੜੇ ਸ਼੍ਰੋਮਣੀ ਗੁਰੂ ਸਥਾਪਨਾ ਵੇਲੇ ਸਾਹਮਣੇ ਆਏ ਸਨ, ਉਤਾਂ ਦੇ ਆਗੂ ਅੱਜ ਨਾ ਪੈਦਾ ਹੋ ਰਹੇ ਨੇ। ਅੱਜ ਦਾ ਇਹਦਾ ਸਿਆਸੀਕਰਨ ਜਿਹੜਾ ਹੋ ਗਿਆ ਇਹ ਬੜਾ ਘਾਤਕ ਹੈ। ਇਹਦੇ ਅੰਦਰ ਸਿਆਸਤ ਸ਼੍ਰੋਮਣੀ ਕਮੇਟੀ ਦੇ ਬਾਹਰ ਜਿਹਨੇ ਸਿਆਸਤ ਕਰਨੀ ਸੀ ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੀ। ਸ਼੍ਰੋਮਣੀ ਕਮੇਟੀ ਤੇ ਕੌਮ ਦੀ ਉਹ ਸੰਸਥਾ ਹੈ ਜਿਹਦੇ ਉੱਤੇ ਇੱਕ ਧੜੇ ਦਾ ਗਲਬਾ ਹੀ ਨਹੀਂ ਹੋ ਸਕਦਾ ਤੇ ਨਾ ਇੱਕ ਧੜਾ ਇਹਦੇ ਉੱਤੇ ਸਰਵੇ ਸਰਵਾ ਹੋ ਸਕਦਾ ਹੈ। ਅੱਜ ਆਪਾਂ ਬਹੁਤ ਲੰਮਾ ਨਾ ਜਾਂਦੇ ਹੋਇਆਂ ਅੱਜ ਜਦੋਂ ਸਥਾਪਨਾ ਦਿਵਸ ਦਾ 101 ਸਾਲ ਹੋ ਰਿਹਾ ਹੈ ਤੇ ਆਪਾਂ ਕੌਮ ਦੇ ਸਾਹਮਣੇ ਇੱਕ ਸੁਨੇਹਾ ਦਿੰਦੇ ਹਾਂ ਕਿ ਆਓ ਕੌਮ ਦੇ ਪ੍ਰਸਤੋ ਸੰਸਾਰ ਭਰ ਵਿੱਚ ਉੱਠੋ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪੰਥਕ ਭਾਵਨਾਵਾਂ ਦੇ ਨਾਲ ਉਸੇ ਰੂਪ ਦੇ ਵਿੱਚ ਇਹਦਾ ਜਾਹੋ ਜਲਾਲ ਮੁੜ ਬਹਾਲ ਕਰਨ ਦੇ ਲਈ ਆਪਾਂ ਇੱਕ ਇਹੋ ਜਿਹਾ ਕੰਮ ਕਰੀਏ ਕਿ ਜਿਹੜੀ ਸਿਧਾਂਤਕ ਗੱਲ ਜਿਹੜੀ ਹੈ, ਸਿੱਖ ਰਹਿਤ ਮਰਜ਼ਾਦਾ ਦੀ ਗੱਲ ਜਿਹੜੀ ਹੈ, ਅਕਾਲ ਤਖਤ ਦੀ ਪ੍ਰਭੂ ਸੱਤਾ ਦੀ ਜਿਹੜੀ ਗੱਲ ਹੈ, ਜਿਹੜੇ ਸੰਸਾਰ ਭਰ ਦੇ ਸਾਰੇ ਸਿੱਖਾਂ ਨਾਲ ਜੁੜਿਆ ਹੋਇਆ ਸਾਡਾ ਇੰਤਜ਼ਾਮ ਹੈ, ਉਹਨੂੰ ਕਰੀਏ। ਅਸੀਂ ਇਲੈਕਸ਼ਨ ਦੇ ਚੁੰਗਲ ਵਿੱਚ ਬਾਹਰ ਨਿਕਲ ਕੇ ਕੋਈ ਢੰਗ ਤਰੀਕਾ ਅਪਣਾਈਏ। ਅਸੀਂ ਪੂਰੀ ਤਰ੍ਹਾਂ ਆਪਣਾ ਸਿਲੈਕਸ਼ਨ ਕਰਨ ਵਾਲੇ ਪਾਸੇ, ਚੋਣ ਕਰਨ ਵਾਲੇ ਪਾਸੇ, ਨਾਮਜ਼ਦਗੀ ਵਾਲੇ ਪਾਸੇ ਆਈਏ। ਗੁਣਾਤਮਕ ਪੱਖੋਂ ਅਸੀਂ ਬੰਦੇ ਲੱਭ ਕੇ ਲੈ ਕੇ ਆਈਏ ਜਾਂ ਸੈਮੀ ਸਿਲੈਕਸ਼ਨ ਦਾ ਕੋਈ ਰੂਪ ਜਿਹੜਾ ਹੈ ਇਹਦੇ ਲਈ ਸਾਨੂੰ ਤਿਆਰ ਕਰਕੇ ਕੌਮ ਦੇ ਅੱਗੇ ਰੱਖ ਕੇ ਉਹਨੂੰ ਸਰਕਾਰ ਕੋਲੋਂ ਵੀ ਉਹਦੇ ਪ੍ਰਤੀ ਉਸ ਤਰ੍ਹਾਂ ਦਾ ਕਾਇਦਾ ਕਾਨੂੰਨ ਬਣਾ ਕੇ ਸਾਨੂੰ ਇਹਦੇ ਪ੍ਰਬੰਧ ਨੂੰ ਕੌਮੀ ਹੱਥਾਂ ਵਿੱਚ ਲੈਣ ਦੀ ਵਿਉਂਤਣ ਦੇ ਲਈ ਇਹ ਕੰਮ ਕਰਨ ਦੀ ਵੱਡੀ ਲੋੜ ਹੈ। ਇਸ ਕਰਕੇ ਅੱਜ ਇਹ ਐਕਟ ਸਾਨੂੰ ਚਾਹੀਦਾ ਨਹੀਂ ਸੀ, ਥੋਪਿਆ ਹੋਇਆ ਐਕਟ ਹੈ। ਅੱਜ ਜਿਵੇਂ ਪਹਿਲਾਂ ਹੀ ਗੱਲ ਆ ਚੁੱਕੀ ਹੋਈ ਹੈ ਕਿ ਇਹੋ ਜਿਹੇ ਚੁੰਗਲ 'ਚ ਫਸ ਗਏ ਹਾਂ। ਅੱਜ ਅਸੀਂ ਚਾਹੁੰਦੇ ਹੋਏ ਵੀ ਉਸ ਜਿਹੜਾ ਐਕਟ ਹੈ ਸਰਕਾਰੀ ਤੰਤਰ ਦਾ ਜੂਆ ਜਿਹੜਾ ਹੈ ਉਹਦੇ ਨੂੰ ਕੌਮ ਬਾਹਰ ਨਹੀਂ ਨਿਕਲ ਪਾ ਰਹੀ ਜਾਂ ਉਹਦੇ ਬਾਰੇ ਪੂਰੀ ਤਰ੍ਹਾਂ ਨਿੱਠ ਕੇ ਸੋਚਿਆ ਨਹੀਂ ਜਾ ਰਿਹਾ। ਪਰ ਆਪਾਂ ਜਦੋਂ ਅੱਜ ਗੱਲ ਕਰ ਰਹੇ ਹਾਂ ਇਹ ਪੰਥਕ ਤਾਲਮੇਲ ਸੰਗਠਨ ਇਹ ਲੰਮੇ ਸਮੇਂ ਤੋਂ ਜਦੋਂ ਪੰਥਕ ਸਰੋਕਾਰਾਂ ਦੀ ਗੱਲ ਕਰ ਰਿਹਾ ਹੈ ਤਾਂ ਉਹ ਇਹ ਨਾਲ ਨਾਲ ਗੱਲ ਕਰ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਕੌਮੀ ਸੰਸਥਾ ਹੈ। ਇਹਨੂੰ ਠੀਕ ਹੱਥਾਂ ਤੱਕ ਲੈ ਕੇ ਆਉਣ ਵਾਸਤੇ ਜੇ ਅਸੀਂ ਲੋਕਤੰਤਰ ਦੇ ਇਸੇ ਮੋਹਰੇ ਨੂੰ ਅੱਗੇ ਰੱਖਿਆ ਤੇ ਸ਼ਾਇਦ ਉਹ ਦੁਰਸਤ ਬੰਦੇ ਅੱਗੇ ਨਹੀਂ ਆ ਸਕਣਗੇ। ਸਾਨੂੰ ਸੈਮੀ ਸਿਲੈਕਸ਼ਨ ਦਾ ਕੋਈ ਰੂਪ ਜਿਹੜਾ ਹੈ ਸਰਦਾਰ ਜਸਵਿੰਦਰ ਸਿੰਘ ਜੀ ਨੇ ਜਿਹਦਾ ਬਹੁਤ ਵਧੀਆ ਢੰਗ ਨਾਲ ਇਹ ਬੋਲਦੇ ਵੀ ਨੇ, ਉਹਦੀ ਵਿਆਖਿਆ ਵੀ ਕਰਦੇ ਨੇ, ਸਾਡੇ ਵੀ ਦਿਲ ਦਿਮਾਗ 'ਚ ਪਾਇਆ ਹੋਇਆ ਹੈ ਤੇ ਸਾਨੂੰ ਉਹਦੇ ਪਾਸੇ ਕੰਮ ਕਰਨ ਦੇ ਲਈ ਉਦਮ ਕਰਨਾ ਚਾਹੀਦਾ ਹੈ। ਲੋਕੀ ਉਸਨੂੰ ਬੜਾ ਪਸੰਦ ਕਰਦੇ ਨੇ ਜੀ। ਸਮਾਂ ਬਿਲਕੁਲ ਸੀਮਤ ਹੈ ਜੀ। ਗੁਰਦੁਆਰਾ ਰਕਾਬਗੰਜ ਤੋਂ ਲੈ ਕੇ ਬਾਬੇ ਕੀ ਬੇਰ, ਸਿਆਲਕੋਟ, ਗੁਰਦੁਆਰਾ ਸਾਹਿਬ ਪੰਜਾ ਸਾਹਿਬ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਤਰਨਤਾਰਨ ਸਾਹਿਬ, ਚਾਬੀਆਂ ਦਾ ਮੋਰਚਾ, ਕਿੰਨੀਆਂ ਕੁ ਉਹਨਾਂ ਦਾਨੇ ਸੱਜਣਾ ਨੇ ਘਾਲਣਾਵਾਂ ਘਾਲੀਆਂ
ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਤੇ ਇਹ ਵੀ ਹੈ ਕਿ 1920 ਤੋਂ 1925 ਦੇ ਦਰਮਿਆਨ ਸ਼੍ਰੋਮਣੀ ਕਮੇਟੀ ਬਣ ਵੀ ਜਾਂਦੀ ਹੈ ਤੇ 500 ਦੇ ਕਰੀਬ ਜਿਹੜੇ ਆ ਉਹ ਜਿਹੜੀਆਂ ਸ਼ਹੀਦੀਆਂ ਹੁੰਦੀਆਂ ਨੇ ਤੇ 40,000 ਜਿਹੜੇ ਸਿੰਘ ਸਿੰਘਣੀਆਂ ਨੇ ਭੁਜੰਗੀ ਨੇ ਉਹ ਜੇਲ੍ਹਾਂ ਕੱਟਦੇ ਨੇ। ਤੇ ਐਸੀ ਮਾਣਮੱਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਜਿਹੜਾ ਪ੍ਰਬੰਧ ਹੈ ਉਹ ਬਿਲਕੁਲ ਗੁਰੂ ਪੰਥ ਦੀ ਤਰਜਮਾਨੀ ਕਰੇ, ਉਸ ਦੇ ਅਨੁਸਾਰ ਹੋਵੇ। ਇਹ ਸਾਡੀ ਇੱਛਾ ਹੈ ਜੀ। ਸਮਾਂ ਬਿਲਕੁਲ ਸਮਾਪਤ ਹੈ ਜੀ। 1 ਮਿੰਟ ਵਾਸਤੇ ਗਿਆਨੀ ਕੇਵਲ ਸਿੰਘ ਜੀ ਤੁਸੀਂ ਆਪਣਾ ਆਖਰੀ ਸੁਨੇਹਾ ਸਾਂਝਾ ਕਰਨਾ ਜੀ। ਹਾਂਜੀ, ਸਾਡਾ ਤਾਂ ਬਸ ਪੰਥ ਨੂੰ ਇਹ ਸੁਨੇਹਾ ਹੈ, ਇਸ ਮੁੱਦੇ ਨੂੰ ਅੱਗੇ ਆਪਾਂ ਚਰਚਾ ਜਾਰੀ ਰੱਖੀਏ ਤੇ ਪੰਥ ਦੇ ਵੱਖ-ਵੱਖ ਜਿਹੜੇ ਅੱਜ ਵੀ ਜ਼ਿੰਮੇਵਾਰ ਸਾਡੇ ਕੋਲ ਹੈਗੇ ਨੇ, ਉਹਨਾਂ ਦੇ ਵਿਚਾਰ ਇਕੱਠੇ ਕਰਕੇ ਕਿਹੋ ਜਿਹਾ ਗੁਲਦਸਤਾ ਵਿਚਾਰਾਂ ਦਾ ਕਾਇਮ ਕਰਕੇ ਅਸੀਂ ਸਮਾਜ ਅੱਗੇ ਰੱਖੀਏ ਤਾਂ ਕਿ ਸਮਾਜ ਜ਼ਿੰਮੇਵਾਰੀ ਸੰਭਾਲ ਸਕੇ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਸੰਸਥਾ ਬਣ ਕੇ ਦੁਬਾਰਾ ਉਸੇ ਜਾਹੋ ਜਲਾਲ ਵਿੱਚ ਆ ਜਾਏ। ਇਹਦੇ ਲਈ ਮਿਲ ਕੇ ਨਿੱਠ ਕੇ ਕੰਮ ਕਰੀਏ ਕਿ ਉਹ ਤਰ੍ਹਾਂ ਦਾ ਰੂਪ ਸਾਡੀ ਕੌਮ ਦੇਖੇ। ਬੱਚਿਆਂ ਦੀ ਨੌਜਵਾਨੀ ਨਿਰਾਸ਼ਤਾ ਪੈਦਾ ਹੋ ਰਹੀ ਹੈ ਤੇ ਧਰਮ ਪ੍ਰਚਾਰ ਪੱਖੋਂ, ਵਿਦਿਅਕ ਪੱਖੋਂ ਉਹ ਨਿਰਾਸ਼ਤਾ ਦੂਰ ਕਰਨ ਲਈ ਹਮਲਾ ਮਾਰਿਆ ਜਾਏ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਉਸ ਗੁਰਦੁਆਰੇ ਦੀ ਅਹਿਮੀਅਤ ਤੇ ਮਹਾਨਤਾ ਨੂੰ ਜਾਣਨ ਵਾਲੇ ਗੁਰਸਿੱਖਾਂ ਨੇ ਘਾਲਣਾਵਾਂ ਘਾਲੀਆਂ ਤੇ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਇਹ ਸਿੱਖ ਪੰਥ ਦੀਆਂ ਮਾਣਮੱਤੀ ਸੰਸਥਾਵਾਂ ਨੇ। ਸਾਨੂੰ ਇਹਨਾਂ ਤੇ ਮਾਣ ਹੋਵੇ, ਉਸ ਮੁਤਾਬਕ ਸਾਨੂੰ ਆਪਣਾ ਕਿਰਦਾਰ ਸਿਰਜਣਾ ਪਏਗਾ, ਉਸ ਮੁਤਾਬਕ ਸਾਨੂੰ ਸਾਰੇ ਆਪਣੇ ਕਾਰਜ ਆਰੰਭ ਕਰਨੇ ਪੈਣਗੇ। ਇਹ ਸਾਡੀ ਅਰਦਾਸ ਹੈ ਕਿ 15 ਨਵੰਬਰ 1920 ਨੂੰ ਜੋ ਉਹਨਾਂ ਗੁਰਸਿੱਖਾਂ ਨੇ, ਉਹਨਾਂ ਪੰਥ ਨੇ ਜਿਹੜੀਆਂ ਘਾਲਣਾਵਾਂ ਘਾਲੀਆਂ ਤੇ ਸੁਪਨੇ ਲਏ, ਉਹ ਸੁਪਨੇ ਸਾਕਾਰ ਹੋਣੇ ਚਾਹੀਦੇ ਨੇ। ਪੁਕਾਰ ਟੀਵੀ ਵੱਲੋਂ ਗਿਆਨੀ ਕੇਵਲ ਸਿੰਘ ਜੀ ਦਾ, ਮਾਸਟਰ ਗੁਰਚਰਨ ਸਿੰਘ ਬਸਿਆਲਾ ਜੀ ਸਿੱਖ ਮਿਸ਼ਨਰੀ ਕਾਲਜ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ ਅਤੇ ਨਾਲ ਜੁੜੇ ਹੋਏ ਸਰਦਾਰ ਸੁਰਿੰਦਰਪਾਲ ਸਿੰਘ ਜੀ ਗੋਲਡੀ ਹੋਰਾਂ ਦਾ, ਸਾਰੇ ਜਿੰਨੇ ਪਤਵੰਤੇ ਸੱਜਣ ਜੁੜੇ ਨੇ, ਮਹਿਮਾਨ ਜੁੜੇ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।